Next we're gonna do adrenal gland, hormones of adrenal gland. Adrenal gland ਹੁੰਦਾ basically ਇਹਦੀ position ਜੇ ਸਾਡੇ ਕੋਲੇ kidney ਹੈਗੀ ਆ ਤੇ ਇਹਦੇ ਉੱਪਰ adrenal gland ਪਿਆ ਹੁੰਦਾ ਆ, ਠੀਕ ਆ। This is adrenal gland, ਠੀਕ ਆ। ਤੇ ਜਦੋਂ ਅਸੀਂ ਇਹਦਾ ਸੈਕਸ਼ਨ ਕੱਟ ਕੇ ਦੇਖਦੇ ਆ ਨਾ, ਇਸ ਗਲੈਂਡ ਦਾ ਅਸੀਂ ਸੈਕਸ਼ਨ ਕੱਟਦੇ ਆ ਤੇ ਸਾਨੂੰ ਇਹਦੀਆਂ ਨਾ 3 ਲੇਅਰਸ ਦਿਖਦੀਆਂ ਹੈਗੀਆਂ ਆ। मतलब मैं उन्होंने प्रॉपरली नहीं बना रही, बट बेसिकली 3 पार्ट्स ਦੇ ਵਿੱਚ ਸਾਨੂੰ ਇਹ ਗਲੈਂਡ ਨਜ਼ਰ ਆਉਂਦਾ। बेसिकली 2 पार्ट्स ਹੁੰਦੇ ਆ, ਇੱਕ ਬਾਹਰ ਵਾਲਾ ਰੀਜਨ ਐਂਡ ਇੱਕ ਇੰਟਰਨਲ ਬੰਦਾ, ਐਡਰੀਨਲ ਕਾਰਟੈਕਸ ਤੇ ਐਡਰੀਨਲ ਮੈਡੂਲਾ, ਠੀਕ ਆ। ਬਟ ਇਹਦੇ ਵਿੱਚ 3 ਬੇਸਿਕ ਲੇਅਰਸ ਹੁੰਦੀਆਂ ਨੇ ਜਿਹੜੀਆਂ ਕਿ ਹਾਰਮੋਨਸ ਸਿਕਰੀਟ ਕਰਦੀਆਂ ਆ, ਠੀਕ। ਫਰਸਟ ਲੇਅਰ ਹੁੰਦੀ ਹੈਗੀ ਆ ਜ਼ੋਨਾ ग्लोमेरुलोसा, ठीक है। सेकंड हैगी आ जोना फेसिकुलेटा एंड द थर्ड वन इज जोना रेटिक्युलरिस, ठीक है। आ जिहड़ी हैगी आ जोना ग्लोमेरुलोसा ये इत्थे किते हुंदी आ, ठीक है। फर्स्ट लेयर ਜਿਹੜੀ ਆਹ ਸੈਕੰਡ ਲੇਅਰ ਹੈਗੀ ਆ ਇਹ ਮਿਡਲ 'ਚ ਹੁੰਦੀ ਆ ਐਂਡ ਜਿਹੜੀ ਥਰਡ ਵਨ ਹੈਗੀ ਆ ਉਹ ਇੰਟਰਨਲ ਸਭ ਤੋਂ, ਠੀਕ ਆ, ਠੀਕ ਆ। ਹੁਣ ਇਹ ਜਿਹੜੀਆਂ ਤਿੰਨੋਂ ਲੇਅਰਸ ਨੇ ਇਹ ਅਲੱਗ-ਅਲੱਗ ਹਾਰਮੋਨਸ ਰਿਲੀਜ਼ ਕਰਦੀਆਂ ਆ ਫਰੋਮ ਦਾ ਐਡਰੀਨਲ ਗਲੈਂਡ। ਫਰਸਟ ਆਫ ਆਲ ਸਾਡੇ ਤੋਂ ਹੁਣ ਜ਼ੋਨਾ ਗਲੋਮੈਰੁਲੋਸਾ ਆ ਦਾ ਆਊਟਰ ਮੋਸਟ ਲੇਅਰ ਹੈ ਨਾ। ਜ਼ੋਨਾ ਗਲੋਮੈਰੁਲੋਸਾ ਜਿਹੜੀ ਹੈਗੀ ਆ ਜ਼ੋਨਾ ग्लोमेरुलोसा ਇਹ ਸਿਕਰੀਟ ਕਰਦੀ ਹੈਗੀ ਆ ਮਿਨਰਲੋਕੋਰਟੀਕੋਇਡਸ, ਠੀਕ ਆ। ਇਟ ਸਿਕਰੀਟਸ ਮਿਨਰਲੋਕੋਰਟੀਕੋਇਡਸ। ਇਹ ਜਿਹੜੇ ਮਿਨਰਲੋਕੋਰਟੀਕੋਇਡਸ ਹੁੰਦੇ ਆ ਜਿਹਦਾ ਲਾਈਕ ਇਹਨਾਂ ਦਾ ਨੇਮ ਹੈਗਾ ਆ ਮਿਨਰਲੋਕੋਰਟੀਕੋਇਡਸ ਐਜ਼ देयर ਨੇਮ ਇੰਡੀਕੇਟਸ they help in balancing the mineral elements in the body, ठीक है। These mineralocorticoids help in balancing the minerals in the body. Minerals केड़े for example sodium and potassium, ठीक है, फाइन। एंड ये रिलीज कदों हुंदे हैगे जदों सोडियम दा लेवल लो हो जाता है, ठीक है। सोडियम एंड जिहड़ा पोटैशियम हैगा आ उहनूं दोनों नूं बैलेंस करदा है। इहनूं असीं हाइपर एंड हाइपोनैट्रीमिया कैलीमिया वर्ड यूज़ करते हैं असीं, ठीक है। सोडियम दे लई असीं नैट्रीमिया एंड पोटैशियम दे लई कैलीमिया ये वर्ड्स आपां यूज़ करते हैगे आ। इहदे जिहड़े हुण मिनरलोकॉर्टिकॉइड्स ने ਸਾਡੇ ਕੋਲੇ ਬੇਸਿਕਲੀ ਜਿਹੜੇ ਮਿਨਰਲੋਕੋਰਟੀਕੋਇਡ ਆ ਉਹ ਕਿਹੜੇ ਹੈਗੇ ਆ, ਐਲਡੋਸਟੀਰੋਨ ਆ, ਠੀਕ ਆ। ਇਹਨਾਂ ਦੇ ਨਾਮ ਨਾਲ ਲਿਖ ਲਈਏ ਫਿਰ ਮੈਂ ਤੁਹਾਨੂੰ ਐਕਸਪਲੇਨ ਕਰਦੀ ਕੀ ਕਰਦੇ ਆ ਇਹ। ਐਗਜ਼ਾਮਪਲਸ ਕੀ ਹੈਗੀਆਂ ਇਹਦੀਆਂ, ਐਲਡੋਸਟੀਰੋਨ, ਹੋਰ ਕਿਹੜੇ ਆ, ਹੋਰ ਵੀ ਹੈਗੇ ਆ, ਇੱਕ ਦੋ ਦਿੱਤੇ ਹੈ ਨਾ। ਬਟ ਐਲਡੋਸਟੀਰੋਨ ਜਿਹੜਾ ਹੈਗਾ ਆ ਉਹ ਮੇਜਰ ਹਾਰਮੋਨ ਆ। 11 ਡੀਆਕਸੀਕੋਰਟਿਕੋਸਟੀਰੋਨ, ਠੀਕ ਆ, कोर्टिकोस्टीरोन, ठीक। ओके हुण असीं एल्डोस्टीरोन की गल करते हैं, ठीक है, क्योंकि दैट इज़ द मेन हार्मोन ऑफ दिस जोना ग्लोमेरुलोसा। जिहड़े मिनरलोकॉर्टिकॉइड आ दे कहंदे मेनटेन द हाइपर नैट्रीमिया। एज आई टोल्ड यू कि सोडियम का लैवल जो घटता है, सोडियम लो हो जाता है तो इनू रिलीज करने के लिए स्टिमुलेट करता है, ठीक है। मतलब कि फिर ये मिनरलोकॉर्टिकॉइड आ ये की करते हैं, दीज कॉजेज हाइपर नैट्रीमिया, मतलब हाई level of sodium ion in the blood,
ठीक है ओके हुणे हाई लैवल मेनटेन करने के लिए की करते हैं यदि सिक्रीशन ऑफ सोडियम इन स्वेट यूरिन ए लो हो जाती है ठीक है इट लोअर्स द lowers secretion of sodium and sodium in the sweat and urine उस तो बाद होर की हो सकता है जिहड़ा यूरिन दे विचों जदों रीएब्जॉर्प्शन हुंदी आ ते सोडियम दी रीएब्जॉर्प्शन हाई हो जाती है रीएब्जॉर्प्शन ऑफ सोडियम इंक्रीजेस इन द ब्लड ਜਦੋਂ ਇਹ ਇਨਕਰੀਜ਼ ਹੁੰਦੀ ਹੈ ਤਾਂ ਬਲੱਡ ਦਾ ਵੋਲਿਊਮ ਵੀ ਇਨਕਰੀਜ਼ ਹੁੰਦਾ ਕਿਉਂਕਿ ਫਿਰ ਤੁਹਾਨੂੰ ਪਿਆਸ ਲੱਗਦੀ ਹੈ ਠੀਕ ਆ ਪਿਆਸ ਲੱਗਦੀ ਹੈ ਜਾਂ ਇੰਟਰਸਟੀਸ਼ੀਅਲ ਫਲੂਇਡ ਚੋਂ ਸਾਰਾ ਪਾਣੀ ਜਿਹੜਾ ਹੈਗਾ ਉਹ ਐਬਜ਼ੌਰਬ ਹੋਣਾ ਸ਼ੁਰੂ ਹੋ ਜਾਂਦਾ ਬਾਡੀ 'ਚ ਕਿਉਂਕਿ ਸੋਡੀਅਮ ਨੂੰ ਬੈਲੈਂਸ ਕਰਨਾ ਹੁੰਦਾ ਆ ਸੋ ਇਹ ਜਿਹੜਾ ਹਾਰਮੋਨ ਹੈਗਾ ਆ ਇਹ ਵਾਟਰ ਐਂਡ ਮਿਨਰਲ ਬੈਲੈਂਸ ਜਿਹੜਾ ਹੈਗਾ ਆ ਉਹਨੂੰ ਰੈਗੂਲੇਟ ਕਰਦਾ ਆ ਬਾਡੀ 'ਚ ਠੀਕ ਆ ਗॉट इट ਇਹ ਸਾਡੇ ਕੋਲੇ ਹੈਗਾ ਆ ਹਾਈਪਰਨੈਟਰੀਮੀਆ ਐਂਡ ਹਾਈਪੋਕੈਲੀਮਿਕ ਫੈਕਟਰ ਪੋਟਾਸ਼ੀਅਮ ਦੇ ਲੈਵਲ ਨੂੰ ਲੋ ਕਰਦਾ ਆ ਸੋਡੀਅਮ ਦੇ ਲੈਵਲ ਨੂੰ ਹਾਈ ਕਰਦਾ ਆ ਠੀਕ ਆ ਐਂਡ ਇਹਨੂੰ ਅਸੀਂ ਸਾਲਟ ਰਿਟੇਨਿੰਗ ਹਾਰਮੋਨ ਵੀ ਕਹਿੰਦੇ ਆ ਠੀਕ ਆ ਬਿਕੋਜ਼ ਆਫ this hypernatremic factor it is also called as salt retaining hormone ਸੌਲਟ ਰਿਟੇਨਿੰਗ ਦਾ ਕੀ ਮਤਲਬ ਹੋਇਆ ਫਿਰ ਕਿ ਬਾਡੀ ਦੇ ਵਿੱਚ ਸੌਲਟ ਜਿਹੜਾ ਹੈਗਾ ਉਹਨੂੰ ਰਿਟੇਨ ਕਰਕੇ ਰੱਖਦਾ ਆ ਠੀਕ ਆ ਉਹਨੂੰ ਕਲੈਕਟ ਕਰਕੇ ਰੱਖਦਾ ਗॉट इट ਤੇ ਕਿੱਦਾਂ ਉਹ ਸੌਲਟ ਨੂੰ ਰਿਟੇਨ ਕਰਦਾ ਆ ਇਹਨਾਂ ਫੈਕਟਰਸ ਦੀ ਇਹਨਾਂ ਮਤਲਬ ਵੇਜ਼ ਦੀ ਹੈਲਪ ਨਾਲ ਸਿਕ੍ਰੀਸ਼ਨ ਘਟਾ ਦਿੰਦਾ ਸੋਡੀਅਮ ਦੀ ਐਂਡ ਉਹਦੀ ਰੀਅਬਜ਼ੌਰਪਸ਼ਨ ਇਨਕਰੀਜ਼ ਕਰ ਦਿੰਦਾ ਹੈਗਾ ਆ ਠੀਕ ਆ ਇਦਾਂ ਤਾਂ ਨਹੀਂ ਹੈ ਕਿ ਵੀ ਤੁਸੀਂ ਉਹਨੂੰ ਸੌਲਟ ਨੂੰ ਖਾਣਾ ਹੀ ਜ਼ਿਆਦਾ ਸ਼ੁਰੂ ਕਰ ਦੋਗੇ ਇਸ ਤਰ੍ਹਾਂ ਨਹੀਂ ਆ बट वो नैचुरली जिन्ना तुसी सॉल्ट लै रहे हैं उही सॉल्ट जिहड़ा आ उहदी एब्जॉर्प्शन रीएब्जॉर्प्शन नू बैलेंस करदा आ ठीक आ ओके अंडर प्रोडक्शन ऑफ एंड डेफिशिएंसी ऑफ मिनरलोकॉर्टिकॉइड्स दे नाल की हुंदा हैगा आ एडिसन्स डिजीज जे बाय द चांस इन्हां दी इनू करदा ही रेस लै अंडर सिक्रीशन या लो सिक्रीशन under secretion or low level of mineralocorticoid causes Addison's disease ठीक है एडिसन्स डिजीज़ हुंदी है जे दी लो सिक्रीशन आ ओहदे विच की हुंदा है एडिसन्स डिजीज़ दे विच की हुंदा हैगा आ तुहाडी स्किन जिहड़ी आ ओह ब्रॉन्ज लाइक मतलब येलोइश कलर च अपीयरेंस देनी शुरू हो जाती है हाइपोनेट्रीमिया हाइपरकैलीमिया ये चीज़ां हो जांदियां आ ब्रॉन्ज लाइक स्किन ये इहदे सिम्पटम्स आ ठीक है ब्रॉन्ज लाइक स्किन हाइपोनेट्रीमिया है ना एंड हाइपरकैलीमिया हाइपोनेट्रीमिया मतलब कि सोडियम का लेवल घट गया एंड हाइपरकैलीमिया मीन पोटैशियम का लेवल वध गया गॉट इट एंड ये हुंदा किस तरह हैगा आ हाइपोनेट्रीमिया हुण किद्दां हुंदा है सोडियम का लैवल लो किद्दां हुंदा है सोडियम दी एक्सक्रीशन जिहड़ी हैगी आ यूरिन दे थ्रू वध जांदी आ ठीक आ एंड उहदे नाल नर्वस डिप्रैशन भी हो सकदा नौजिया वोमिटिंग ये सब चीज़ां हो सकदियां फटीग वीकनेस लो ब्लड प्रैशर डायरिया ठीक आ जदों हाइपोनेट्रीमिया हुंदा हाइपोनेट्रीमिया कैन results in nausea vomiting और
की आ नर्वस डिप्रैशन है ना, और लो ब्लड प्रेशर, लो बीपी, फटीग, ठीक है दैट्स इट। ਤੇ ਹੁਣ ਤੁਸੀਂ ਇਹ ਦੇਖੋ ਕਿ ਇਹ ਜਿਹੜਾ ਹੈ ਨਾ ਕੁਝ ਪਰਸਨਸ ਹੁੰਦੇ ਆ ਉਹਨਾਂ 'ਚ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਰਹਿੰਦੀ ਆ ਹੈ ਨਾ, ਥਕਾਵਟ ਦੀ ਪ੍ਰੋਬਲਮ ਰਹਿੰਦੀ ਹੈਗੀ ਆ, ਡਿਪਰੈਸ਼ਨ ਵੀ ਆਮ ਹੀ ਹੋ ਜਾਂਦਾ ਆ। ਉਹਦੇ ਹੁਣ ਰੀਜ਼ਨਸ ਕਈ ਹੋ ਸਕਦੇ ਸੀ, ਪਹਿਲਾਂ ਵੀ ਹਾਰਮੋਨਸ ਪੜ੍ਹੇ ਹੈਗੇ ਆ ਹੈ ਨਾ, ਉਹਦੇ ਵਿੱਚ ਵੀ ਅਸੀਂ ਕੁਝ ਰੀਜ਼ਨਸ ਇਦਾਂ ਦੇ ਸੇਮ ਕੀਤੇ ਸੀਗੇ ਕਿ ਉਹਨਾਂ ਦੇ ਕਰਕੇ ਵੀ ਇਹ ਚੀਜ਼ਾਂ ਹੋ ਸਕਦੀਆਂ ਆ, ਐਂਡ ਇਹ ਵਾਲੇ ਹਾਰਮੋਨ ਦੇ ਕਰਕੇ ਵੀ ਇਹ ਪ੍ਰੋਬਲਮ ਹੋ ਸਕਦੀ ਆ। ਫਾਈਨ। ਤੇ ਇਸ ਕਰਕੇ ਕੋਈ ਵੀ ਬਿਮਾਰੀ ਹੈਗੀ ਆ ਪਹਿਲਾਂ ਉਹਦੇ ਤੁਹਾਨੂੰ ਪ੍ਰੋਪਰ ਉਹਦਾ ਕਾਜ਼ ਜਿਹੜਾ ਹੈਗਾ ਆ ਉਹ ਪਤਾ ਹੋਣਾ ਚਾਹੀਦਾ, ਫਿਰ ਤੁਸੀਂ ਉਹਦੀ ਐਗਜ਼ੈਕਟ ਜਿਹੜੀ ਟ੍ਰੀਟਮੈਂਟ ਉਹ ਲਓ ਤਾਂ ਜ਼ਿਆਦਾ ਬੈਟਰ ਹੁੰਦੀ ਹੈ। ਠੀਕ ਆ। ਉਸ ਤੋਂ ਬਾਅਦ ਹੁਣ ਸਾਡੇ ਤੋਂ ਇਹ ਜਿਹੜਾ ਹੈਗਾ ਆ ਮਿਨਰਲੋਕੋਰਟੀਕੋਇਡਸ ਆ। ਮਿਨਰਲੋਕੋਰਟੀਕੋਇਡਸ ਤੋਂ ਬਾਅਦ ਜਿਹੜਾ ਸੈਕਿੰਡ ਟਾਈਪ ਆਉਂਦੀ ਆ ਹਾਰਮੋਨਸ ਦੀ, ਜਿਹੜੇ ਐਡਰੀਨਲ ਕੋਰਟੈਕਸ ਰਿਲੀਜ਼ ਕਰਨ 'ਚ ਹੈਲਪ ਕਰਦਾ ਆ, ਉਹ ਹੈਗੇ ਨੇ ਗਲੂਕੋਕੋਰਟੀਕੋਇਡਸ। ਠੀਕ ਆ। ਉਹ ਕੀ ਹੈਗੇ ਆ? ਗਲੂਕੋਕੋਰਟੀਕੋਇਡਸ। ਸੈਕਿੰਡ ਵਨ ਜਿਹੜੇ ਹੁੰਦੇ ਆ ਉਹ ਰਿਲੀਜ਼ ਕੌਣ ਕਰਦਾ ਆ? ਜ਼ੋਨਾ ਫੈਸਿਕੂਲੇਟਾ, ਇਹੀ ਆ, and they secretes glucocorticoids. Glucocorticoids. ओके, ग्लूकोकॉर्टिकॉइड्स ਜਿਹੜੇ ਹੁੰਦੇ ਆ ਐਜ਼ देयर नेम इंडिकेट मतलब ग्लूकोज ਦਾ ਕੁਝ ਰੋਲ ਹੋਊਗਾ ਇਹਦੇ ਵਿੱਚ। ਠੀਕ ਆ। ਸੋ ਇਹ ਕੀ ਕਰਦੇ ਆ? ਇਹ ਗਲੂਕੋਜ਼ ਲੈਵਲ ਜਿਹੜਾ ਹੈਗਾ ਉਹਨੂੰ ਰੇਜ਼ ਕਰਦੇ ਆ ਬਲੱਡ 'ਚ। ਠੀਕ ਆ। ਦੇ ਰੇਜ਼ ਦਾ ਗਲੂਕੋਜ਼ ਲੈਵਲ ਇਨ ਬਲੱਡ। ਠੀਕ, ਸਮਝ ਗਏ? ਹੁਣ ਉਹ ਕਿਸ ਤਰ੍ਹਾਂ ਹੋ ਸਕਦਾ? ਜਾਂ ਤਾਂ ਉਹ ਕਾਰਬੋਹਾਈਡਰੇਟ ਦੀ ਹੈਲਪ ਨਾਲ ਉਹਦੇ ਤੁਸੀਂ ਕਾਰਬ ਖਾ ਰਹੇ ਆ ਉਹਨੂੰ ਤੋੜ ਕੇ ਗਲੂਕੋਜ਼ ਦੇ ਵਿੱਚ ਹੋ ਸਕਦਾ। ਅਦਰਵਾਈਜ਼ ਜਿਹੜੇ ਗਲੂਕੋਨੀਓਜੈਨੇਸਿਸ ਇਸ ਪ੍ਰੋਸੈਸ ਦੇ ਨਾਲ ਇਹਦਾ ਲੈਵਲ ਰੇਜ਼ ਕਰਦੇ ਆ। ਇਹ ਕੀ ਹੁੰਦਾ ਹੈਗਾ ਆ? ਨੌਨ ਕਾਰਬੋਹਾਈਡਰੇਟ ਜੋ ਵੀ ਸੋਰਸਸ ਹੈਗੇ ਆ, ਨੌਨ ਕਾਰਬੋਹਾਈਡਰੇਟ ਸੋਰਸਸ ਨੂੰ ਗਲੂਕੋਜ਼ 'ਚ ਬਦਲਣਾ। ਠੀਕ ਆ। ਫॉर एग्जांपल प्रोटीन, फैट्स, गॉट इट? ठीक आ। प्रोटीन या प्रोटीन ਜਿਹੜਾ ਲਿਵਰ 'ਚ ਸਟੋਰ ਹੋਇਆ, ਫੈਟ ਜਿਹੜੀ ਗਲਾਈਕੋਜਨ ਦੀ ਫਾਰਮ 'ਚ ਸਟੋਰ ਹੋਈ ਆ, ਠੀਕ ਆ, ਉਹ ਚੀਜ਼ਾਂ ਨੂੰ ਗਲੂਕੋਜ਼ 'ਚ ਬਦਲ ਕੇ ਇਹ ਗਲੂਕੋਜ਼ ਦਾ ਲੈਵਲ ਜਿਹੜਾ ਆ ਉਹਨੂੰ ਇਨਕਰੀਜ਼ ਕਰਦੇ ਆ ਥੀਸ ਗਲੂਕੋਕੋਰਟੀਕੋਇਡਸ। ਠੀਕ ਆ। ਗਲੂਕੋਕੋਰਟੀਕੋਇਡਸ ਜਿਹੜੇ ਹੈਗੇ ਆ ਇਹ ਫਿਰ ਓਬਵੀਅਸਲੀ ਕਾਰਬੋਹਾਈਡਰੇਟ ਮੈਟਾਬੋਲਿਜ਼ਮ ਨੂੰ ਇਨਕਰੀਜ਼ ਕਰਦੇ ਆ, ਹੈ ਨਾ, ਐਂਡ then gluconeogenesis 'ਚ ਵੀ ਪਾਰਟਿਸਿਪੇਟ ਕੀਤਾ ਇਹਨਾਂ ਨੇ। these also ਕਹਿੰਦਾ decreases the peripheral utilization of glucose। ਜਿਹੜਾ ਕੋਈ ਗਲੂਕੋਜ਼ ਇੱਧਰ ਉੱਧਰ ਬੋਡੀ 'ਚ ਯੂਟਿਲਾਈਜ਼ ਹੋ ਰਿਹਾ ਉਹਨੂੰ ਇਹ ਘੱਟ ਕਰ ਦਿੰਦਾ ਹੈਗਾ ਆ। ਠੀਕ ਆ। then these have anti-inflammatory and anti-allergic actions। ਇਹ ਜਿਹੜੇ ਗਲੂਕੋਕੋਰਟੀਕੋਇਡਸ ਨੇ ਇਹਨਾਂ ਦੇ ਐਂਟੀ ਇਨਫਲੈਮੇਟਰੀ ਤੇ ਐਂਟੀ ਇਨਫਲੈਮੇਟਰੀ ਐਂਡ ਐਂਟੀ ਐਲਰਜਿਕ ਐਕਸ਼ਨਸ ਹੈਗੇ ਆ। ਐਂਟੀ ਇਨਫਲੈਮੇਟਰੀ ਹੁੰਦੇ ਆ ਕਿ ਇਨਫਲੈਮੇਸ਼ਨਸ ਬੋਡੀ 'ਚ ਕੋਈ ਵੀ ਸਵੈਲਿੰਗਸ ਹੈਗੀਆਂ ਨੇ ਉਹਦੇ ਅਗੇਂਸਟ ਕੰਮ ਕਰਦਾ ਆ, ਕੋਈ ਕਿਸੇ ਤਰ੍ਹਾਂ ਦੀ ਐਲਰਜੀ ਆ ਉਹਦੇ ਅਗੇਂਸਟ ਇਹ ਗਲੂਕੋਕੋਰਟੀਕੋਇਡ ਜਿਹੜੇ ਹਾਰਮੋਨਸ ਆ ਇਹ ਐਕਟ ਕਰਦੇ ਆ। ਦੈਨ ਕਿੱਦਾਂ ਐਕਟ ਕਰਦੇ ਹੈਗੇ ਆ? ਇਹ ਸਾਡੇ ਜਿਹੜਾ ਇਮਿਊਨ ਸਿਸਟਮ ਹੈਗਾ ਨਾ ਉਹਨੂੰ ਥੋੜਾ ਜਿਹਾ ਇਹਦੇ ਫੰਕਸ਼ਨਸ ਕਰਦੇ ਆ ਗਲੂਕੋਕੋਰਟੀਕੋਇਡਸ ਦੇ ਨਾ।
ਜਿਹੜੇ ਗਲੂਕੋਕੋਰਟੀਕੋਇਡ ਇਹਨਾਂ ਦੀਆਂ ਐਗਜ਼ਾਮਪਲਸ ਕੀ ਹੈਗੇ ਆ? ਕੋਰਟੀਸੋਨ, ਕੋਰਟੀਸੋਲ, ਹੋਰ ਵੀ ਕੋਈ ਹੈਗਾ? ਕੋਰਟੀਕੋਸਟੀਰੋਨ, ठीक है। फंक्शंस की परफॉर्म कर रहे हैं, these act as एंटी इन्फ्लामेटरी, है ना, एंड एंटी एलर्जिक, ठीक। देन these also डिप्रैस द इम्यून सिस्टम। ये ਜਿਹੜੇ एंटी एलर्जिक या एंटी इन्फ्लामेटरी आ, यही एक्शन परफॉर्म करने के लिए इनू साडे इम्यून सिस्टम नू सप्रेस करना पैंदा है, ठीक है। इम्यून सिस्टम जिहड़ा हैगा आ, एलर्जी कदों हुंदी है, कोई भी फॉरेन पार्टिकल एंटर करदा, इम्यून सिस्टम ਉਹਦੇ अगेंस्ट एक्ट करदा है, तो एलर्जीज ਹੁੰਦੀਆਂ ਨੇ। ये साडे इम्यून सिस्टम नू सप्रेस करके एंटी एलर्जिक काम करता है, ठीक है। उस तो बाद आर्थराइटिस, अस्थमा, ऑर्गन ट्रांसप्लांटेशन, कंजक्टिवाइटिस, ऑटो इम्यून डिजीज़, वो सारियां तो प्रिवेंट करता है सानू, क्योंकि साडा इम्यून सिस्टम ही उन्होंने विच ज़्यादा एक्टिव होंदा है, तो इन्हें इम्यून सिस्टम ने ही सप्रेस कर दिता, ठीक है। जो ऑर्गन ट्रांसप्लांटेशन असी करते हैं उस टाइम ते भी जिहड़ा बॉडी हैगी आ, वो जिहड़े फॉरन ऑर्गन असी पाउणा है बॉडी च, उन्होंने फॉरन बॉडी ना समझे, इस करके उन्होंने असी सप्रेस करते हैं, ठीक है। सम टाइम वी टेक द हेल्प ऑफ दीज हार्मोन्स एट द टाइम ऑफ ऑर्गन ट्रांसप्लांटेशन, ठीक है। इम्यूनो सप्रेसेंट का काम करता है एंड हेल्प in organ transplantation, organ transplant, ठीक है, organ transplant, then autoimmune disorder, to cure autoimmune disorder। autoimmune disorder की हुंदा बेसिकली साडा इम्यून सिस्टम साडी बॉडी दे सैल्स नू रिजैक्ट करन लग जांदा, जिद्दां असीं थायराइड ग्लैंड च भी कीता सीगा, है ना, कि हाइपोथायराइडिज्म जिहड़ा हुंदा आ, दैट रिजल्ट्स इन ऑटो इम्यून डिसऑर्डर, फाइन, ठीक है। देन उस तो बाद अगे साडे तो आ जांदा हैगा आ, इट आल्सो एक्ट एज वैसो कंस्ट्रक्टर हार्मोन, वैसो कंस्ट्रक्टर इत्थे करदा, इनू आ करदा इरेज। It also act as vasoconstrictor hormone to reduce the blood flow at the time of injury। कोई किसी तरह की सट वगैरह लग जाती हैगी, उस टाइम ते वाला हार्मोन वैसल्स नू कंस्ट्रक्ट करता है ताकि एक्सैसिव फ्लो ऑफ ब्लड ना हो सके, ठीक है। एंटी स्ट्रेस हार्मोन का काम भी करता है ये, ठीक। देन रिड्यूसेस द एक्टिविटी ऑफ ओस्टियोब्लास्ट टू प्रोड्यूस न्यू बोन टिश्यूज एंड डिक्रीजेस द एब्जॉर्प्शन ऑफ कैल्शियम एंड गैस्ट्रोइंटेस्टाइनल ट्रैक, ठीक है। ਜਿਹੜੇ दो तरह के सैल मैं ਤੁਹਾਨੂੰ दसे ਸੀਗੇ ਪਹਿਲਾਂ भी, ओस्टियोब्लास्ट सैल्स ਹੁੰਦੇ ਆ, है ना, ਜਿਹੜੇ कि बोन फॉर्मेशन एंड बोन ब्रोकेज या बोन ਨੂੰ डाइजेस्ट ਕਰਨ 'ਚ ਹੈਲਪ ਕਰਦੇ ਆ। ਤੇ ਇਹ ਜਿਹੜਾ ਹਾਰਮੋਨ ਹੈਗਾ ਆ, ਇਹ ਐਕਟੀਵਿਟੀ ਜਿਹੜੀ ओस्टियोब्लास्ट ਆ ਉਹਨਾਂ ਦੀ ਐਕਟੀਵਿਟੀ ਨੂੰ ਘੱਟ ਕਰਦਾ ਆ, ਤਾਂ ਕਿ ਉਹ ਨਵੇਂ ਬੋਨ ਟਿਸ਼ੂਜ਼ ਜਿਹੜੇ ਹੈਗੇ ਉਹਨਾਂ ਨੂੰ ਪ੍ਰੋਡਿਊਸ ਕਰ ਸਕਣ, ਠੀਕ ਆ। ਤੇ ਐਬਜ਼ੌਰਪਸ਼ਨ ਆਫ ਕੈਲਸ਼ੀਅਮ ਫਰੋਮ ਦਾ ਸਾਡਾ ਜਿਹੜਾ ਟਰੈਕ ਆ ਗੈਸਟ੍ਰੋਇੰਟੇਸਟਾਈਨਲ ਫੂਡ ਪਾਈਪ, ਉਹਦੇ ਵਿੱਚੋਂ ਉਹਨੂੰ ਡਿਕਰੀਜ਼ ਕਰਦਾ ਆ ਕੈਲਸ਼ੀਅਮ ਦੀ ਐਬਜ਼ੌਰਪਸ਼ਨ ਨੂੰ। ਫਿਰ ਜੇ ਇਹਦੀ ਓਵਰ ਸਿਕ੍ਰੀਸ਼ਨ ਹੋ ਜਾਂਦੀ ਆ ਤਾਂ ਕੁਸ਼ਿੰਗ ਸਿੰਡਰੋਮ ਹੋ ਸਕਦਾ ਆ। ਕੁਸ਼ਿੰਗ ਸਿੰਡਰੋਮ ਦੇ ਵਿੱਚ ਕੀ ਹੁੰਦਾ ਆ, ਸ਼ੂਗਰ ਦਾ ਲੈਵਲ ਹਾਈ ਹੋ ਜਾਂਦਾ ਆ, ਯੂਰਿਨ ਦੇ ਵਿੱਚ ਵੀ, ਬਲੱਡ ਦੇ ਵਿੱਚ ਵੀ, ਤੇ weight ਜਿਹੜਾ ਹੈਗਾ ਆ
ਉਹ ਘਟਣਾ ਸ਼ੁਰੂ ਹੋ ਜਾਂਦਾ ਹੈਗਾ ਆ, ਠੀਕ ਆ, ਕਿਉਂਕਿ ਲਾਰਜ ਨੰਬਰ ਆਫ ਅਮਾਈਨੋ ਐਸਿਡ, ਪ੍ਰੋਟੀਨ ਐਂਡ ਜੋ ਵੀ ਫੈਟ ਸੀਗੀ ਉਹ ਸਾਰੀ ਦੀ ਸਾਰੀ ਗਲੂਕੋਜ਼ 'ਚ ਬਦਲਣੀ ਸ਼ੁਰੂ ਹੋ ਜਾਂਦੀ ਆ, ਠੀਕ ਆ। ਤੁਸੀਂ ਹੁਣ ਉਹਨੂੰ ਕੋਰਿਲੇਟ ਕਰ ਸਕਦੇ ਆ ਕੁਸ਼ਿੰਗ ਸਿੰਡਰੋਮ। ਇਹ ਵਾਲਾ ਜਿਹੜਾ ਹਾਰਮੋਨ ਸੀਗਾ ਇਹਨੇ ਕੀ ਕੀਤਾ ਸੀਗਾ, ਇਹ ਗਲੂਕੋਜ਼ ਦੇ ਲੈਵਲ ਨੂੰ ਵਧਾਉਂਦਾ ਆ, ਹੈਨਾ ਇਹੀ ਸੀਗਾ। ਤੇ ਇਹਦੀ ਹਾਈਪਰ ਸਿਕ੍ਰੀਸ਼ਨ ਜੇ ਹੋ ਜਾਵੇ, ਹਾਈਪਰ ਹੀ ਦੱਸੀ ਹੈ ਨਾ ਉਹਨੇ, ਹਾਂ ਹਾਈਪਰ ਸਿਕ੍ਰੀਸ਼ਨ, ਓਵਰ ਸਿਕ੍ਰੀਸ਼ਨ, ਜੇ ਫਿਰ ਇਸ ਤੋਂ ਵੀ ਵੱਧ ਸਿਕ੍ਰੀਸ਼ਨ ਇਹਦੀ ਹੋ ਜਾਵੇ ਤਾਂ ਫਿਰ ਆਬਵੀਅਸ ਹੈ ਕਿ ਆਲਰੇਡੀ ਉਹਦਾ ਗਲੂਕੋਜ਼ ਦੇ ਲੈਵਲ ਨੂੰ ਵਧਾ ਰਿਹਾ ਹੈ। ਜੇ ਹੋਰ ਜ਼ਿਆਦਾ ਸਿਕ੍ਰੀਸ਼ਨ ਇਹਦੀ ਹੋਣ ਲੱਗ ਜਾਏ ਫਿਰ ਤਾਂ ਕੁਆਇਟ ਆਬਵੀਅਸ ਹੈ ਕਿ ਪਤਾ ਨਹੀਂ ਗਲੂਕੋਜ਼ ਦਾ ਲੈਵਲ ਕੀ ਹੋ ਜਾਊਗਾ, ਹੈ ਨਾ। ਓਵਰ ਸਿਕ੍ਰੀਸ਼ਨ ਜਾਂ ਹਾਈਪਰ ਸਿਕ੍ਰੀਸ਼ਨ of this hormone that can lead to Cushing's syndrome ਕਹਿ ਸਕਦੇ ਹਾਂ, ਠੀਕ ਆ। Cushing's syndrome ਚ ਕੀ ਹੁੰਦਾ ਆ, ਹਾਈ ਲੈਵਲ ਆਫ ਗਲੂਕੋਜ਼, ਹਾਈ ਲੈਵਲ ਆਫ glucose because as the amino acids and fats are used to form glucose, glucose ਦਾ ਲੈਵਲ ਯੂਰਿਨ ਚ, ਬਲੱਡ ਚ, ਹਰ ਜਗ੍ਹਾ ਤੇ ਇਨਕਰੀਜ਼ ਕਰ ਜਾਂਦਾ ਆ, ਠੀਕ ਆ। ਐਂਡ ਇਹ ਜਿਹੜਾ ਸਾਡੇ ਕੋਲ ਕੁਸ਼ਿੰਗ ਸਿੰਡਰੋਮ ਆ, ਐਜ਼ ਇਟਸ ਨੇਮ ਇੰਡੀਕੇਟ ਕਿ ਵੀ ਇਹ ਕੁਛ ਕੁਸ਼ਨ ਲਾਈਕ ਹੋਊਗਾ। ਇਹਦੇ ਵਿੱਚ ਫੇਸ, ਹੈਂਡ ਸਵੈਲ ਕਰ ਸਕਦੇ ਆ, ਨੈਕ ਸਵੈਲ ਕਰ ਸਕਦੀ ਆ, ਠੀਕ ਆ। ਕਿਉਂ ਕਰ ਸਕਦੀ ਆ, ਕਿਉਂਕਿ ਜਦੋਂ ਸ਼ੂਗਰ ਦਾ ਲੈਵਲ ਵੱਧ ਜਾਂਦਾ ਆ, ਅਮਾਈਨੋ ਐਸਿਡਸ ਨੇ ਟੁੱਟਣਾ, ਉਹਨਾਂ ਨੇ ਇਕੱਲੀ ਸ਼ੂਗਰ ਤਾਂ ਨਹੀਂ ਫਾਰਮ ਕਰਨੀ, ਹੈ ਨਾ। ਐਂਡ ਸਾਡੇ ਜਿਹੜੇ ਸੌਲਟਸ ਹੈਗੇ ਆ, ਪੋਟਾਸ਼ੀਅਮ ਆ, ਸੋਡੀਅਮ ਆ, ਉਹ ਵੀ ਇੰਬੈਲੈਂਸ ਹੋ ਜਾਂਦੇ। ਸੋਡੀਅਮ ਦਾ ਲੈਵਲ ਬਹੁਤ ਵੱਧ ਜਾਂਦਾ ਆ, ਜਦੋਂ ਸੋਡੀਅਮ ਦਾ ਲੈਵਲ ਇਨਕਰੀਜ਼ ਕਰਦਾ ਤਾਂ ਵਾਟਰ ਐਬਜ਼ੌਰਬ ਕਰਨਾ ਸ਼ੁਰੂ ਕਰ ਦਿੰਦਾ ਆ ਟਿਸ਼ੂਜ਼ ਦੇ ਵਿੱਚ, ਠੀਕ ਆ। ਉਹਦੇ ਨਾਲ ਫਿਰ ਸਵੈਲਿੰਗ ਆਉਂਦੀ ਆ ਬਾਡੀ 'ਚ, ਠੀਕ। ਜੇ ਤੁਸੀਂ ਆਪਣਾ ਵਾਟਰ ਇਨਟੇਕ ਘਟਾ ਦਿੰਦੇ ਹੈਗੇ ਆ ਨਾ, ਨਾਰਮਲ ਵੀ ਤੁਸੀਂ ਪਾਣੀ ਘੱਟ ਪੀਂਦੇ ਆ, ਐਂਡ ਤੁਸੀਂ ਜਿਹੜਾ ਇਹ ਸਾਲਟ ਵਾਲੀਆਂ ਚੀਜ਼ਾਂ ਜ਼ਿਆਦਾ ਖਾ ਲੈਂਦੇ ਆ, ਤੇ ਤੁਹਾਡੀ ਵੈਸੇ ਹੀ ਪਫੀਨੈਸ ਆ ਜਾਂਦੀ ਹੈ ਜ਼ਿਆਦਾ ਬਾਡੀ 'ਚ। ਉਹਦੇ ਨਾਲ ਉਹ ਕਿਉਂ ਆਉਂਦੀ ਆ ਕਿ ਸਾਲਟ ਜਿਹੜਾ ਹੈਗਾ ਉਹ ਪਾਣੀ ਨੂੰ ਐਬਜ਼ੌਰਬ ਕਰਦਾ ਆ ਬੈਲੈਂਸ ਕਰਨ ਦੇ ਲਈ। ਬਲੱਡ ਜਿਹੜਾ ਹੈਗਾ, ਜਦੋਂ ਬਲੱਡ 'ਚ ਸਾਲਟ ਜ਼ਿਆਦਾ ਹੋਊਗਾ ਉਹਨੇ ਵਾਟਰ ਜਿਹੜਾ ਹੈਗਾ ਉਹਨੂੰ ਐਬਜ਼ੌਰਬ ਕਰਨਾ, ਠੀਕ ਆ, ਤਾਂ ਕਿ ਵਾਟਰ ਬੈਲੈਂਸ ਹੋ ਸਕੇ। ਤੇ ਜਦੋਂ ਵਾਟਰ ਨੂੰ ਉਹਨੇ ਬਲੱਡ ਨੇ ਐਬਜ਼ੌਰਬ ਕਰਨਾ ਹੈਗਾ ਆ, ਤੇ ਉਹਦੇ ਨਾਲ ਕੀ ਹੁੰਦਾ ਆ ਕਿ ਬਲੱਡ ਵੋਲੀਅਮ ਇਨਕਰੀਜ਼ ਹੋ ਜਾਂਦਾ, ਬਲੱਡ ਵੋਲੀਅਮ ਵੀ ਇਨਕਰੀਜ਼ ਹੁੰਦਾ। ਔਨ ਦਾ ਅਦਰ ਹੈਂਡ ਇੰਟਰਸਟੀਸ਼ੀਅਲ ਸੈਲਸ ਦੇ ਵਿੱਚ ਜਿਹੜਾ ਵਾਟਰ ਹੈਗਾ ਉਹ ਪਫੀਨੈਸ ਦੇ ਦਿੰਦਾ ਆ, ਠੀਕ ਆ, ਸਵੈਲਿੰਗ, ਫਾਈਨ। ਸੋ these are the hormones of zona fasciculata, ਠੀਕ ਆ। ਤੇ ਇਸ ਤੋਂ ਬਾਅਦ ਅਸੀਂ ਥਰਡ ਲਾਸਟ ਜਿਹੜੀ ਇਹਦੀ ਲੇਅਰ ਹੈਗੀ ਆ ਉਹ ਕਰਾਂਗੇ zona reticularis। ਇਹ ਕੀ ਰਿਲੀਜ਼ ਕਰਦੀ ਹੈਗੀ ਆ, ਸੈਕਸ ਹਾਰਮੋਨਸ, ਠੀਕ ਆ। ਇਹ ਸੈਕਸ ਸਟੀਰੋਇਡਸ ਆਪਾਂ ਇਹਨਾਂ ਨੂੰ ਬੇਸਿਕਲੀ ਕਹਿ ਲੈਂਦੇ ਹੈਗੇ ਆ, ਠੀਕ ਆ। ਨਾਟ ਸੈਕਸ ਹਾਰਮੋਨਸ ਨਹੀਂ ਕਹਾਂਗੇ, ਸੈਕਸ ਕੋਰਟੀਕੋਇਡਸ ਨਾਮ ਦਿੰਦੇ ਆ ਇਹਨੂੰ ਬੇਸਿਕਲੀ, ਠੀਕ ਆ। ਇਹਦੀ ਜਗ੍ਹਾ ਤੇ ਹਾਰਮੋਨ ਦੀ ਜਗ੍ਹਾ ਤੇ ਅਸੀਂ ਕੋਰਟੀਕੋਇਡਸ ਵਰਡ ਯੂਜ਼ ਕਰਾਂਗੇ, ਠੀਕ ਆ। ਐਂਡ ਇਹ ਜਿਹੜੇ ਸੈਕਸ ਕੋਰਟੀਕੋਇਡਸ ਹੁੰਦੇ ਆ ਸਟੀਰੋਇਡਲ ਨੇਚਰ ਵਾਲੇ ਹੁੰਦੇ ਆ। ਐਂਡ ਇਹ ਜਿਹੜੇ ਸੈਕਸ ਕੋਰਟੀਕੋਇਡ ਆ ਇਹਨਾਂ ਦੇ ਨਾਮ ਕੀ ਹੈਗੇ ਨੇ, ਐਂਡਰੋ ਸਟੀਰੀਨੀਡੀਓਨ ਐਂਡ ਐਂਡਰੋਸਟੀਰੋਨ, ਠੀਕ ਆ। ਐਂਡਰੋਸਟੀਰੋਨ, ਐਂਡਰੋਸਟੀਨੀਡੀਓਨਸ, ਠੀਕ। ਕਿਹੜੇ ਕਿਹੜੀਆਂ ਐਗਜ਼ਾਮਪਲ ਆ, ਐਂਡਰੋਸਟੀਰੋਨ, ਠੀਕ ਆ, ਐਂਡਰੋਸਟੀਨੀਡੀਓਨ, ਇਹੀ ਆ। ਹੁਣ ਇਹ ਜਿਹੜੇ ਹੈਗੇ ਨੇ ਇਹਨਾਂ ਦਾ ਕੀ ਕੰਮ ਹੈਗਾ ਆ, these also ਕਹਿੰਦਾ include small amount of female sex hormone like estrogen and progesterone,
ठीक है, इस करके इनू ਆਪਾਂ ਸੈਕਸ ਹਾਰਮੋਨ ਵੀ ਕਹਿੰਦੇ ਸੀਗੇ। ठीक है, एंड एस्ट्रोजन प्रोजेस्ट्रॉन ਜਿਹੜੇ ਹਾਰਮੋਨ ਹੈਗੇ ਆ, ਇਹ ਜਿਹੜੇ ਹਾਰਮੋਨ ਆ ਇਹ ਫੀਮੇਲ रिप्रोडक्टिव हार्मोन्स ने एंड समहाउ कुछ लिटल अमाउंट इन्हां दा भी ये प्रोड्यूस करन च हेल्प करदे आ। ठीक आ, ते फंक्शंस की परफॉर्म करदा है डेवलपमेंट ऑफ सेकेंडरी सैक्शुअल करैक्टर्स ऑफ मेल, फाइन, एंड डेवलपमेंट ऑफ सेकेंडरी सैक्शुअल करैक्टर ऑफ फीमेल। ठीक आ, ओके। ये जिहड़े फिर साडे तो हार्मोन्स ने, इन्हां दा जिहड़ा ओवर सिक्रीशन आ या इन्हां दी लो सिक्रीशन आ, वो किस तरह इफेक्ट करदी आ बॉडी नूं। ओवर सिक्रीशन इन्हां दी जिहड़ी हुंदी आ फीमेल दे विच, ਉਹ एड्रीनल विरलिज्म या स्यूडो हरमाफ्रोडाइटिज्म कॉज करदा। हरमाफ्रोडाइटिज्म ਦਾ मतलब ਕੀ ਹੁੰਦਾ ਹੈਗਾ ਆ ਕਿ ਮੇਲ ਐਂਡ ਫੀਮੇਲ ਦੋਨਾਂ ਦੇ ਫੀਚਰਸ ਅਵੇਲੇਬਲ ਹੋਣਾ। ਠੀਕ ਆ, ਜਦੋਂ ਅਸੀਂ ਲੋਅਰ ਆਰਗੈਨਿਜ਼ਮਸ ਪੜ੍ਹੇ ਆ ਉਹਨਾਂ ਦੇ ਵਿੱਚ ਅਸੀਂ ਪੜ੍ਹਿਆ ਕਿ ਹਰਮਾਫਰੋਡਾਈਟਸ ਕੀ ਹੁੰਦੇ ਆ, ਜਿਸ 'ਚ ਮੇਲ ਐਂਡ ਫੀਮੇਲ ਰਿਪਰੋਡਕਟਿਵ ਪਾਰਟਸ ਹੁੰਦੇ ਆ। ਅਤੇ ਇਹ ਜਿਹੜਾ ਜਿਹਦੀ ਓਵਰ ਸਿਕ੍ਰੀਸ਼ਨ ਹੋ ਜਾਂਦੀ ਹੈ ਨਾ ਇਹਨਾਂ ਹਾਰਮੋਨਸ ਦੀ, ਤਾਂ ਇਹਨਾਂ ਦੀ ਓਵਰ ਸਿਕ੍ਰੀਸ਼ਨ ਕੈਨ ਕਾਜ਼ ਮੇਲ ਟਾਈਪ ਸੈਕੰਡਰੀ ਸੈਕਸ਼ੁਅਲ ਕਰੈਕਟਰਸ ਲਾਈਕ ਫੇਸ਼ੀਅਲ ਹੇਅਰ ਐਕਸੈਟਰਾ, ਹਾਰਸ਼ ਵॉइस, हैवी आर्म्स एंड legs in case of females। ठीक है, while gynecomastia in case of males, that is the enlargement of breast in case of males। ठीक है, ये imbalance ਜਿਹੜੇ sex corticoids ਨੇ ਉਹ cause ਕਰਦੇ ਆ। ठीक है, in case of males and females, fine। ਇਹਦੇ ਬਾਰੇ ਹੋਰ ਜ਼ਿਆਦਾ ਕੁਝ ਹੈ ਨਹੀਂ। ਤੇ ਦੈਨ ਨੈਕਸਟ ਸਾਡੇ ਕੋਲੇ ਹਾਰਮੋਨਸ ਆਫ ਮੈਡੂਲਾ ਆ। ਠੀਕ ਆ, ਐਡਰੀਨਲ ਮੈਡੂਲਾ। ਐਡਰੀਨਲ ਮੈਡੂਲਾ ਮੈਂ ਦੱਸਿਆ ਸੀਗਾ ਤੁਹਾਨੂੰ ਸਟਾਰਟਿੰਗ 'ਚ ਕਿ ਜਿਹੜਾ ਪੂਰਾ ਦਾ ਪੂਰਾ ਗਲੈਂਡ ਸੀਗਾ ਐਡਰੀਨਲ ਗਲੈਂਡ, ਉਹ ਕੋਰਟੈਕਸ ਤੇ ਮੈਡੂਲਾ 'ਚ ਡਿਵਾਈਡਡ ਆ, ਹੈ ਨਾ। ਕੋਰਟੈਕਸ ਵਾਲੇ ਆਪਾਂ ਕਰ ਲਏ ਤਿੰਨੋਂ ਲੇਅਰਸ ਜਿਹੜੀਆਂ ਰਿਲੀਜ਼ ਕਰਦੀਆਂ। ਮੈਡੂਲਾ ਜੋ ਰਿਲੀਜ਼ ਕਰਦਾ ਆ ਉਹ ਸਾਡੇ ਕੋਲੇ ਬੜੇ ਈਜ਼ੀ ਜਿਹੇ ਹਾਰਮੋਨਸ ਆ, ਜਿਹੜੇ ਕਿ ਸਾਡਾ ਬੇਸਿਕਲੀ ਵਾਟਰ ਜਿਹੜਾ ਆ ਉਹਨੂੰ ਬੈਲੈਂਸ ਕਰਨ 'ਚ ਹੈਲਪ ਕਰਦੇ ਆ। ਠੀਕ ਆ, ਤੇ ਜਿਹੜਾ ਸਾਡੇ ਕੋਲੇ ਐਡਰੀਨਲ ਮੈਡੂਲਾ ਹੈਗਾ ਆ, ਅਸੀਂ ਕੱਲ੍ਹ ਕੰਟੀਨਿਊ ਕਰਾਂਗੇ। ਇਹਦੇ ਵਿੱਚ ਸਾਡੇ ਕੋਲੇ ਐਡਰੀਨਾਲਿਨ ਤੇ ਨੌਰ ਐਡਰੀਨਾਲਿਨ ਹੀ ਆ ਬੇਸਿਕਲੀ ਹਾਰਮੋਨਸ, ਜਿਹੜੇ ਕਿ ਯੂਰਿਨ ਆਊਟਪੁੱਟ ਨੂੰ ਇਨਕਰੀਜ਼ ਡਿਕਰੀਜ਼ ਕਰਦੇ ਆ, ਬਾਡੀ ਦਾ ਜਿਹੜਾ ਵਾਟਰ ਬੈਲੈਂਸ ਆ ਉਹਨੂੰ ਮੇਨਟੇਨ ਕਰਦੇ ਆ। ਫਾਈਨ, so we will continue that tomorrow।